ਦਾ ਤਾਂ ਹੈ ਇਹ ਜਿਹੜਾ ਮਨ ਹੈ ਵਿਸ਼ਨ ਤਨ ਹੈ ਉਹ ਤਾਂ ਪੈਦਾ ਹੋਇਆ ਹੈ ਵਿਸ਼ਨ ਤਨ ਜਸ ਗਾਵੇ ਤਨਾ ਹੁੰਦਾ ਉਹ ਤਾਂ ਪੈਦਾ ਹੁੰਦਾ ਉਹਦਾ ਹੀ ਸਰੀਰ ਹੈ ਉਹਦੀ ਤੇ ਜੇ ਇਹ ਜਸ ਗਾਵੇ ਨਾ ਕਿਹਦੇ ਗਾਵੇ ਵਿਸ਼ਨ ਦੇ ਹੀ ਗਾਵੇ ਜੀ ਤੋਂ ਪੈਦਾ ਹੋਇਆ ਇਹਨੂੰ ਉਹਦੇ ਹੀ ਗਾਣੇ ਨੇ ਆਪਣੇ ਮੂਲ ਦੇ ਹੀ ਗਾਉਣੇ ਨੇ ਜਸ ਉਸ ਨੂੰ ਪ੍ਰਭ ਕਹਿਣਾ ਜੀ ਤੋਂ ਇਹਦੀ ਹੋਂਦ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕੀ ਤੋਂ ਪਿਤਾ ਜੀ ਤੋਂ ਪੈਦਾ ਹੋਇਆ ਬਸ ਇੱਥੋਂ ਪਤਾ ਲੱਗਦਾ ਤੀਆ ਕੋਈ ਨਹੀਂ ਹੈ ਇੱਥੇ ਮਨ ਜੇ ਜਸ ਗਾਉਂਦਾ ਤਾਂ ਆਪਣੇ ਜਿਹੜਾ ਇਹਦੇ ਨੇੜੇ ਹੈ ਉਹਦੇ ਕੋਲ ਜਿੱਥੋਂ ਇਹਦੀ ਹੋਂਦ ਹੈ ਵਿਸ਼ਨ ਮਿਲੇ ਸਭ ਹੀ ਸੱਚ ਪਾਵੈ ਵਿਸ਼ਨ ਮਿਲੇ ਜੇ ਉਹਦੀ ਸੰਗਤ ਮਿਲ ਜਵੇ ਵਿਸ਼ਨ ਦੇ ਨਾਲ ਜੁੜ ਜਵੇ ਇਹ ਬਸ ਸਾਰਾ ਸੱਚ ਦੀ ਪ੍ਰਾਪਤੀ ਹੋ ਜਾਵੇ ਮਾਇਆ ਨਾਲ ਜੁੜ ਕੇ ਸਰੀਰ ਨਾਲ ਜੁੜ ਕੇ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਰੀਰ ਨਾਲ ਜਿਹੜਾ ਜੁੜਿਆ ਹੈ ਝੂਠ ਦੀ ਪ੍ਰਾਪਤੀ ਹੋ ਸਕਦੀ ਸਰੀਰ ਨਾਲ ਜੁੜ ਕੇ ਬਾਹਰ ਮਾਇਆ ਨਾਲ ਜੁੜਿਆ ਹੈ ਰਾਜਾ ਪ੍ਰਜਾ ਨਾਲ ਜੁੜਿਆ ਹੈ ਸਭ ਕੂੜ ਹੈ ਬਾਹਰੋਂ ਜੋ ਲੱਭਣਾ ਕੂੜ ਲੱਭ ਸਕਦਾ ਹੈ ਸੰਸਾਰ ਦੀ ਖੋਜ ਕੂੜ ਹੈ ਅੰਦਰ ਜੁੜ ਕੇ ਇਹ ਸਾਰਾ ਸੱਚ ਪ੍ਰਾਪਤ ਹੈ ਸੱਚ ਦੀ ਪ੍ਰਾਪਤ ਹੈ ਦੋਹ ਇੱਕ ਥਾਂ ਹੋ ਕੇ ਬੁੱਧੀ ਕੋਈ ਕੰਮ ਕਰੇ ਫਿਰ ਉਹ ਵਿਚਾਰੀ ਕਦੇ ਇੱਧਰੋਂ ਵੱਜਦੀ ਹੈ ਕਦੇ ਇੱਧਰੋਂ ਵੱਜਦੀ ਹੈ ਉਹੀ ਦੁਬਦਾ ਦੁਬਦਾ ਤਾਂ ਅਗਰ ਨੂੰ ਪਾਇਆ ਹੈ ਦੁਬਦਾ ਚ ਦਵਾਏ ਬੜੀ ਨਾ ਮਿਲੇ ਜਾਣਦਾ ਵੀ ਹੈ ਪ੍ਰਚਾਰਕ ਕਹਿੰਦੇ ਜੇ ਇਹ ਗੱਲ ਕਰਦੇ ਆ ਤਾਂ ਕਿਤੇ ਨੌਕਰੀ ਨਾ ਜਾਂਦੀ ਰਹੇ ਇੱਥੋਂ ਗੁਰਦੁਆਰੇ ਤੋਂ ਕਈ ਪ੍ਰਚਾਰਕ ਜਾਣਦੇ ਹੋਏ ਗੱਲ ਨਹੀਂ ਕਰਦੇ ਕਹਿੰਦੇ ਜੇ ਕਰੀਏ ਗੱਲ ਨੌਕਰੀ ਚਲੀ ਜਾਊਗੀ ਨੌਕਰੀ ਬਚਾਵੇ ਗੱਲ ਕਰੇ ਜੇ ਪੂਰੀ ਗੱਲ ਕਰਦੇ ਆ ਨੌਕਰੀ ਜਾਂਦੀ ਹੈ ਗੁਰਦੁਆਰੇ ਦਾ ਤੁਸੀਂ ਇਹ ਹਾਲਤ ਹੈ ਪਬਲਿਕ ਖਿਲਾਫ ਹੈ ਪਬਲਿਕ ਨਹੀਂ ਚਾਹੁੰਦੀ ਗੁਰਦੁਆਰੇ ਵਾਲੇ ਨਹੀਂ ਚਾਹੁੰਦੇ ਗੁਰਦੁਆਰੇ ਵਾਲੀ ਸੰਗਤ ਨਹੀਂ ਚਾਹੁੰਦੀ ਇਹ ਗੱਲ ਕੀਤੀ ਜਾਵੇ ਉਹ ਸਮਝਦੇ ਨੇ ਸਾਡੇ ਖਿਲਾਫ ਹੈ ਔਖੀ ਹੈ ਜਿਹੜਾ ਕੰਮ ਉਹ ਨਹੀਂ ਕਰ ਸਕਦੇ ਉਹ ਸੁਣਨਾ ਨਹੀਂ ਚਾਹੁੰਦੇ ਜਿਹੜਾ ਉਹ ਕਰ ਨਹੀਂ ਸਕਦਾ ਉਹ ਨਹੀਂ ਸੁਣਨਾ ਚਾਹੁੰਦੇ ਕਹਿੰਦੇ ਗੁਰਦੁਆਰਾ ਅਸੀਂ ਬਣਾਇਆ ਪੈਸੇ ਅਸੀਂ ਦਿੱਤੇ ਨੇ ਪੱਖਾ ਮੈਂ ਦਿੱਤਾ ਫਲਾਣੇ ਨੇ ਉਹ ਦਿੱਤਾ ਇਹਨੇ 2 ਲੱਖ ਰੁਪਈਆ ਦਿੱਤਾ ਸਾਡਾ ਗੁਰਦੁਆਰਾ ਅਸੀਂ ਕਾਹਦੇ ਗੱਲ ਕਰਨ ਦਈਏ ਜੋ ਅਸੀਂ ਚਾਹੁੰਦੇ ਉਹ ਕਹੋ ਕਹਿ ਕੇ ਦੇਖ ਲਓ ਕਿਸੇ ਗੁਰਦੁਆਰੇ ਪ੍ਰਬੰਧਕ ਕਹਿੰਦੇ ਜੀ ਸੰਗਤ ਭੱਜ ਜੂਗੀ ਸੰਗਤ ਹਟ ਜੂਗੀ ਹੁਣ ਤੇ ਸੰਗਤ ਦੇ ਤਾਂ ਖਿਲਾਫ ਹੈ ਗੱਲ ਸਾਰੀ ਇਹ ਗੁਰਬਾਣੀ ਦਾ ਝਾੜ ਪਾਉਂਦੀ ਹੈ ਸਾਰਿਆਂ ਨੂੰ ਸੰਗਤ ਉਹਦੇ ਝਾੜਾਂ ਖਾਣ ਥੋੜ੍ਹੀ ਜਾਂਦੀ ਹੈ ਉਹ ਤਾਂ ਇਹ ਦੇਖਣ ਜਾਂਦੀ ਹੈ ਬੱਲੇ ਬੱਲੇ ਅਸੀਂ ਤਾਂ ਇਹੋ ਜਿਹਾ ਵਧੀਆ ਗੁਰਦੁਆਰਾ ਬਣਾਤਾ ਪੱਥਰ ਲਾਉਣਾ ਉਹ ਕਰਨਾ ਉਹ ਤਾਂ ਇਹ ਗੱਲਾਂ ਕਰਨ ਦੇਖਣ ਜਾਂਦੀ ਹੈ ਉੱਥੇ ਗੁਰੂ ਨੂੰ ਕੁਝ ਦੇ ਕੇ ਖਰੀਦਣਾ ਚਾਹੁੰਦੀ ਹੈ ਪੈਸੇ ਚਾੜ ਕੇ ਕੁਝ ਸੰਸਾਰੀ ਵਸਤੂ ਦੇ ਕੇ ਖਰੀਦਣਾ ਚਾਹੁੰਦੀ ਹੈ ਗੁਰੂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਵਾਹੀ ਜਾਣੀਐ ਵਾਹ ਜਾਣੇ ਇਹ ਹੋਏ ਇਹ ਉਹ ਵਾਹ ਇਹ ਵਾਹ ਉਹ ਹੈ ਜਿਹੜਾ ਸਾਡੇ ਐਸ ਦੁਨੀਆ 'ਚ ਨਹੀਂ ਹੈ ਦੂਰ ਇੱਕ ਰੇਖਾ ਹੈ ਉਸ ਪਰਲੇ ਪਾਸੇ ਵਾਹੀ ਜਾਣੀਏ ਉਹਨੂੰ ਜਾਣੋ ਵਾਹ ਜਾਣੇ ਇਹ ਹੋਏ ਜਿਹਨੂੰ ਜਾਣੇ ਤੇ ਇਹ ਹੋ ਜਾਂਦਾ ਕੀ ਹੋ ਜਾਂਦਾ ਉਹਨੂੰ ਜਾਣਨਾ ਚਾਹੀਦਾ ਜਿਹਦੇ ਜਾਣਨ ਨਾਲ ਇਹ ਹੋ ਜਾਂਦਾ ਕੀ ਹੋ ਜਾਂਦਾ ਹੈ ਇਹ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣਾ ਕੋਈ ਜਦ ਉਹਨੂੰ ਜਾਣ ਲਈਦਾ ਨਾ ਫਿਰ ਇਹ ਯਾਰ ਉਹ ਦੋਏ ਮਿਲ ਜਾਂਦੇ ਨੇ ਜਾਣਦੀ ਸਾਰੇ ਔਰ ਕਿਸੇ ਨੂੰ ਬਾਹਰ ਪਤਾ ਹੀ ਨਹੀਂ ਲੱਗਦਾ ਇਹਦਾ ਮਤਲਬ ਹੈ ਜਾਣਨਾ ਹੀ ਦਰਸ਼ਨ ਹੈ ਦਰਸ਼ਨ ਹੀ ਪਰਸਨ ਹੈ ਪਰਸਨ ਹੀ ਸਰਸਣ ਹੈ ਸਰਸਣ ਹੀ ਹਰਸਣ ਹੈ ਚਾਰੇ ਕੰਮ ਇਕੱਠੇ ਹੀ ਹੋ ਜਾਂਦੇ ਨੇ ਦਰਸ਼ਨ ਪਰਸਨ ਸਰਸਣ ਹਰਸਣ ਰੰਗ ਰੰਗੀ ਕਰਤਾ ਜਦ ਬੁੱਧੀ ਇਹ ਜਾਣ ਲੈਂਦੀ ਹੈ
ਆਪਣੇ ਇਹ ਵਿਸ਼ਨ ਨੂੰ, ਅੰਦਰਲੇ ਵਿਸ਼ਨ ਨੂੰ, ਮਨ ਬੁੱਧੀ ਦੋਏ ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਸਪਰਸ਼ ਕਰ ਲੈਂਦੇ ਨੇ। ਜਦ ਦਰਸ਼ਨ ਹੋ ਜਾਂਦਾ ਹੈ ਉਹਦਾ ਸਪਰਸ਼ ਕਰਦੇ ਨੇ ਨਾ, ਚਰਨ ਛੂਹਦੇ ਨੇ ਨਾ, ਉਹਨੂੰ ਛੂਹਦੇ ਨੇ। ਸਪਰਸ਼ ਕਰਨਾ, ਛੂਹਣਾ, ਛੂਹਣ ਨਾਲ ਰਸ ਆ ਜਾਂਦਾ। ਛੂਹੀ ਦਾ ਉਹਨੂੰ ਹੈ ਜਿਹਦੇ ਨਾਲ ਪ੍ਰੇਮ ਹੋਵੇ। ਜਿਵੇਂ ਕੋਈ ਮੁੰਡਾ ਬਾਹਰੋਂ ਫੌਜ ਚੋਂ ਆਉਂਦਾ ਜਾਂ ਇੰਗਲੈਂਡ ਤੋਂ ਬਾਹਰੋਂ ਦੇਸ਼ ਚੋਂ ਆਉਂਦਾ, 5-4 ਸਾਲ ਬਾਅਦ ਆਉਂਦਾ, ਮਾਂ ਉਹਨੂੰ ਜੱਫੀ ਪਾਉਂਦੀ, ਉਹਨੂੰ ਰਸ ਆਉਂਦਾ ਨਾ। ਫਿਰ ਇਹ ਤਾਂ ਖਬਰਾਂ ਕਦੇ ਕੁ ਵਿਛੜੇ ਹੋਏ ਨੇ, ਉਹਦਾ ਸਾਲ 2 ਸਾਲ ਬਾਅਦ ਏਦਾਂ ਹੋ ਜਾਂਦਾ। ਇਹ ਤਾਂ ਪਤਾ ਨਹੀਂ ਕਿੰਨਾ ਚਿਰ ਦੇ ਵਿਛੜੇ ਹੋਏ ਨੇ, ਕਿੰਨੇ ਜਨਮਾਂ ਦੇ ਵਿਛੜੇ ਨੇ, ਦੱਸੇ ਨਹੀਂ ਸਕਦਾ ਕੋਈ ਕਿੰਨੇ ਕਰੋੜ ਸਾਲ ਹੋ ਗਏ। ਇੰਨਾ ਜਦ ਵਿਛੜੇ ਜਦ ਗਲੇ ਮਿਲਦੇ ਨੇ, ਫਿਰ ਜਿਹੜਾ ਰਸ ਆਉਂਦਾ ਉਹੀ ਜਾਣਦੇ ਨੇ ਜਿਹਨੂੰ ਆਉਂਦਾ। ਉਹ ਰਸ ਕਬੀਰ ਕਹਿੰਦਾ ਨਹੀਂ ਦੱਸਿਆ ਜਾ ਸਕਦਾ। ਚਰਨ ਕਮਲ ਕੀ ਮੌਜ ਕੋ ਕੈਸੋ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਦਾ ਹੀ ਪ੍ਰਵਾਨ। ਉਹ ਤਾਂ ਜਿਹੜਾ ਦੇਖ ਲੈਂਦਾ ਉਸ ਨੂੰ ਪਤਾ ਲੱਗਦਾ, ਰਸ ਜਿਹਨੂੰ ਆਉਂਦਾ ਉਸ ਨੂੰ ਪਤਾ। ਸੱਸਾ ਸੋ ਨੀਕਾ ਕਰ ਸੋਧੋ, ਵਾਵਾ ਵਾਹੀ ਜਾਣੀਐ, ਵਾਹ ਜਾਣੇ ਇਹੋ ਹੋਏ। ਉਸ ਆਦਮੀ ਨੂੰ ਉਹਨੂੰ ਜਾਣਨ ਦਾ ਫਾਇਦਾ ਹੈ ਜਿਹਦੇ ਜਾਣੇ ਤੋਂ, ਜਿਹਨੂੰ ਜਾਣੀਦਾ ਉਹਦੇ ਵਿੱਚ ਸਮਾ ਜਾਈਦਾ। ਸਮੁੰਦਰ ਦੇ ਨੂੰ ਜਾਣਿਆ, ਸਮੁੰਦਰ ਨੂੰ ਟੋੜਦਾ ਫਿਰਦਾ ਦਰਿਆ, ਲੱਭਦਾ ਨਾ ਕਦੇ ਇਹਨੂੰ, ਕਦੇ ਇਹਨੂੰ, ਕਦੇ ਇਹਨੂੰ, ਕਦੇ ਲੱਭਦਾ ਜਾਂਦਾ ਨਾ। ਪਰ ਜਦ ਸਮੁੰਦਰ ਮਿਲ ਜਾਂਦਾ ਉਹਦੇ ਨਾਲ ਸਪਰਸ਼ ਹੁੰਦਾ ਨਾ, ਮਿਲਦਾ ਨਾ, ਜਾ ਕੇ ਵਿੱਚੇ ਸਮਾ ਜਾਂਦਾ ਨਾ, ਉਹਦੇ ਇੱਕੋ ਹੋ ਜਾਂਦਾ। ਫਿਰ ਸਮੁੰਦਰ ਹੋਣ ਦਾ ਮਾਣ ਪ੍ਰਾਪਤ ਹੁੰਦਾ, ਉੱਥੋਂ ਉਹਦਾ ਨਾਂ ਸਮੁੰਦਰ ਪੈਂਦਾ। ਉੱਥੋਂ ਉਹਦਾ ਫਿਰ ਨਦੀ ਵਾਲਾ ਨਾਂ ਖਤਮ ਹੋ ਜਾਂਦਾ ਤੇ ਰਸਤਾ ਹੋਣਾ ਹੀ ਹੈ। ਉੱਥੋਂ ਫਿਰ ਸਮੁੰਦਰ ਹੈ, ਉਹਦਾ ਨਾਂ ਹੀ ਖਤਮ ਹੋ ਗਿਆ। ਜਿਹਦੀ ਪੂਜਾ ਕਰਦਾ ਤਾਂ ਬਿਸੰਦੀ, ਸੋਈ ਮੁੜ ਕੇ ਤੂੰ ਪਿਆ, ਜਾ ਕੋ ਕਹਿਤਾ ਔਰ। ਤੇ ਥੋੜਾ ਰਸ ਹੈ ਇਸ ਗੱਲ ਦਾ। ਜਿਹਨੂੰ ਪਤਾ ਨਹੀਂ ਕਿੱਡਾ ਵੱਡਾ ਉੱਚਾ ਸਮਝਦਾ, ਤਾਂ ਉਹ ਆਪੇ ਉਹ ਬਣ ਗਿਆ। ਤੇ ਉਹ ਚ ਫਿਰ ਰਸ ਲਾਊ ਤੇ ਹੋਰ ਕੀ ਆਊ, ਭਰਵੇਂ ਨਿਕਲ ਗਿਆ। ਇਹ ਭਰਮ ਸੀ ਜਾਂ ਔਰ ਸਮਝਦਾ ਸੀ ਜਿਹੜਾ। ਜਦੋਂ ਦਰਿਆ ਸਮੁੰਦਰ ਬਣ ਗਿਆ, ਲੋਕ ਕਹਿਣ ਲੱਗੇ ਸਮੁੰਦਰ ਹੈ। ਮੈਂ ਸਮੁੰਦਰ, ਯਕੀਨ ਨਹੀਂ ਆਉਂਦਾ ਉਹਨੂੰ ਮੈਂ ਸਮੁੰਦਰ ਹਾਂ। ਇਹਨੂੰ ਬਿਸਮਾਦ ਕਹਿੰਦੇ ਨੇ, ਉਹਨੂੰ ਸਮੁੰਦਰ ਕਹਿੰਦੇ ਨੇ ਲੋਕ, ਉਹ ਬਿਸਮਾਦ ਹੈ। ਦਰਸ਼ਨ ਪਰਸਨ ਸਰਸਣ, ਸਰਸਣ ਦਾ ਕੀ ਹੈ? ਰਸ ਵਿੱਚ ਰਸ ਮਿਲ ਗਿਆ। ਇਹ ਪਾਣੀ ਸੀ, ਉਹ ਪਾਣੀ ਸੀ, ਦੋ ਇਕੱਠੇ ਹੋ ਗਏ। ਦੇਖ ਲਿਆ ਵੀ ਜਿਹੇ ਜਿਹਾ ਮੈਂ ਹੋ ਜਾਈਏ, ਕਰਤਾ ਹੈ। ਇਹ ਭੁਲੇਖਾ ਚੱਕਿਆ ਗਿਆ ਨਾ, ਉਹ ਵੀ ਪਾਣੀ, ਉਹ ਵੀ ਪਾਣੀ। ਹਰਸ਼ਣ, ਫੇਰ ਹਰਸ਼ਣ ਹੋਇਆ, ਫੇਰ ਉਹ ਵੀ ਪਾਣੀ ਹੈ, ਉਹ ਵੀ ਪਾਣੀ ਹੈ, ਉਹ ਵੀ ਜੋਤ, ਉਹ ਵੀ ਜੋਤ ਹੈ। ਉਹ ਜਿਹੜਾ ਭਰਮ ਸੀ ਵਿੱਚੋਂ ਮੈਂ ਹੋਰ ਆ, ਉਹ ਹੋਰ ਹੈ, ਉਹ ਚੱਕਿਆ ਗਿਆ। ਬਿਸ਼ਨ ਦੇ ਨਾਲ ਜੁੜ ਰਲ ਕੇ ਬਿਸ਼ਨੇ ਬਣ ਗਿਆ। ਸੱਸਾ ਸੋ ਨੀਕਾ ਕਰ ਸੋਧੋ, ਘਟ ਪਰਚਾ ਕੀ ਬਾਤ ਨਿਰੋਧੋ। ਸੱਸਾ ਸੋ ਨੀਕਾ ਕਰ ਸੋਧੋ, ਉਸ ਚੀਜ਼ ਨੂੰ ਬਰੀਕ ਕਰਕੇ ਸ਼ੁੱਧ ਕਰਨਾ ਚਾਹੀਦਾ ਹੈ। ਇਹ ਜਿਹੜਾ ਗਿਆਨ ਹੈ ਇਹਨੂੰ ਬਰੀਕ ਕਰਕੇ ਸਮਝਣਾ ਚਾਹੀਦਾ ਹੈ, ਸੋਧਣਾ ਵੀ ਚਾਹੀਦਾ। ਕਿਉਂ ਅਰਥ ਜਿਹੜੇ ਗਲਤ ਨੇ ਨਾ ਲਏ ਹੋਏ, ਉਹ ਅਰਥ ਜਿਹੜਾ ਕਬੀਰ ਜਿੱਥੋਂ ਪੜ੍ਹ ਕੇ ਆਇਆ ਨਾ, ਉਹ ਸੀ ਤਾਂ ਗ੍ਰੰਥ ਉਹਦੇ ਕੋਲ, ਪਰ ਅਰਥ ਗਲਤ ਕੀਤਾ ਸੀ ਉੱਥੇ। ਉਹਨੇ ਅਰਥ ਠੀਕ ਕੀਤੇ ਨੇ, ਸਾਡੇ ਕੋਲ ਵੀ ਹੁਣ ਅਰਥ ਗਲਤ ਕੀਤੇ ਹਨ। ਇਹਨੂੰ ਬਰੀਕੀ ਨਾਲ ਸੋਧਣਾ ਪਊਗਾ ਬਾਣੀ ਨੂੰ।
ਇਹਦੇ 'ਚ ਕੀ ਲਿਖਿਆ ਹੈ, ਬਹੁਤ ਹੀ ਬਰੀਕੀ ਨਾਲ ਸੁੰਦਰ ਕਰਕੇ ਸੋਧਣਾ ਪਊਗਾ, ਸਮਝਣਾ ਪਊਗਾ। ਇਹ ਅਸ਼ੁੱਧ ਕਰਤਾ ਗਿਆਨ, ਅਰਥਾਉਣ ਵੇਲੇ ਅਸ਼ੁੱਧ ਕਰਤਾ। ਘਟ ਪਰਚਾ ਕੀ ਬਾਤ ਨਿਰੋਧੋ, ਘਟ ਪਰਚਾ ਕੀ ਬਾਤ ਨਿਰੋਧ। ਇਹ ਘਟ ਪਰਚਾ ਕੀ ਬਾਤ ਹੈ ਨਾ, ਘਟ ਅੰਦਰੇ ਪਰਚਾ ਪਾਉ। ਉਹ ਹੈ, ਉਹ ਕਲਪਨਾ ਰੁਕੂਗੀ ਫਿਰ, ਵਰਨਾ ਤੁਹਾਡੇ ਅੰਦਰੋਂ ਕਲਪਨਾ ਨਹੀਂ ਰੁਕਣੀ। ਘਟ ਪਰਚਾ ਕੀ ਬਾਤ ਹੈ ਜਿਹੜੀ ਨਾ, ਜਦ ਗਿਆਨ ਬਿਲਕੁਲ ਤੁਹਾਨੂੰ ਸ਼ੁੱਧ ਦੀ ਸਮਝ ਆਊ ਨਾ, ਸ਼ੁੱਧ ਇਹਨੂੰ ਸ਼ੁੱਧ ਕਰੀ ਜਾਓਗੇ, ਕਰੀ ਜਾਓਗੇ, ਕਰੀ ਜਾਓਗੇ। ਜਦ ਸ਼ੁੱਧ ਹੋ ਗਿਆ ਫਿਰ ਕਲਪਨਾ ਬੰਦ ਕਰ ਦੂਗੇ। ਫਿਰ ਨਿਰੋਧਕ ਚੀਜ਼ ਹੈ, ਫਿਰ ਕੁਛ ਵੀ ਮਾਇਆ ਦੀ ਜਿਹੜੀ ਚੀਜ਼ ਅੰਦਰ ਨਹੀਂ ਵੰਡ ਦੂਗੇ। ਜਿੰਨਾ ਚਿਰ ਇਹਦੇ ਵਿੱਚ ਮਾਇਆ ਦੀ ਅੰਸ਼ ਜਾਂਦੀ ਹੈ ਨਾ, ਅਰਥਾਂ ਦੇ ਵਿੱਚ, ਇਹਦੇ 'ਚ ਕੋਈ ਕਮੀ ਹੈ, ਉਹਨਾਂ ਚਿਰ ਮਾਇਆ ਅੰਦਰ ਕਲਪਨਾ ਚੱਲਦੀ ਰਹੂਗੀ। ਤੁਹਾਡੀ ਕਲਪਨਾ ਨਹੀਂ ਹਟ ਸਕਦੀ। ਘਟ ਪਰਚੇ ਜੋ ਜੇ ਅਸੀਂ ਵਿਅਕਤੀ ਨੂੰ ਗੁਰੂ ਮੰਨ ਲਿਆ, ਉੱਥੇ ਦੀ ਸਭ ਕੁਛ ਵੜਨਾ। ਜਦੋਂ ਕਿ ਗੁਰਬਾਣੀ ਤਾਂ ਕਹਿੰਦੀ ਮਾਨੁਖ ਕੀ ਟੇਕ ਬਿਰਥੀ ਸਮਝਾਉਣ। ਇੱਥੋਂ ਅਸੀਂ ਮੋਰੀ ਛੱਡਤੀ, ਮੋਰੀ ਛੱਡਤੀ ਨੂੰ, ਬਸ ਜਿੱਥੇ ਕੋਈ ਮੋਰੀ ਛੱਡਤੀ ਰਹਿ ਗਈ, ਉੱਥੋਂ ਬਾਹਰ ਮਾਇਆ ਆਵੜੀ। ਅਸੀਂ ਚਾਹੁੰਦੇ ਹਾਂ ਵੀ ਆਲੇ ਦੁਆਲੇ ਫਲੱਡ ਦਾ ਪਾਣੀ ਹੈ, ਸਾਡੇ ਘਰ ਨਾ ਵੜੇ। ਅਸੀਂ ਆਲੇ ਦੁਆਲੇ ਬੰਨ੍ਹ ਲਾਇਆ, ਪਰ ਕਿਤੋਂ ਕੋਈ ਐਸਾ ਇੱਟ ਬੱਟਾ ਰੱਖਿਆ ਗਿਆ ਜਿਹਦੇ ਵਿੱਚ ਦੀ ਪਾਣੀ ਥੱਲੇ ਦੀ ਆ ਰਿਹਾ। ਜੇ ਅਸੀਂ ਉਹਨੂੰ ਬੰਦ ਨਾ ਕਰਾਂਗੇ, ਪਾਣੀ ਤਾਂ ਆਉਂਦਾ ਰਹੂਗਾ, ਕੋਈ ਭਰ ਦੂਗਾ ਘਰ। ਐਸਾ ਕੁਛ ਹੈ, ਬਿਲਕੁਲ ਪਾਣੀ ਸਿਮਣਾ ਨਹੀਂ ਚਾਹੀਦਾ, ਅੰਦਰ ਮਾਇਆ ਨਹੀਂ ਹੋਣੀ ਚਾਹੀਦੀ। ਜਿੱਥੇ ਦੀ ਵੀ ਮਾਇਆ ਆਉਂਦੀ ਹੈ, ਜਿੱਥੋਂ ਅਸੀਂ ਅਰਥ ਵਿਰੋਧ ਕਰਦੇ ਹਾਂ ਗੁਰਬਾਣੀ ਦੇ, ਉੱਥੇ ਹੀ ਪੜ ਜਾਂਦਾ ਆ ਕੇ ਭਰਮ, ਪਰ ਉੱਥੋਂ ਦਾਖਲ ਹੋਈ ਜਾਂਦਾ। ਕਿਤੋਂ ਕੋਈ ਗੁੰਜਾਇਸ਼ ਛੱਡੀ ਨਹੀਂ ਹੋਈ। ਅਸੀਂ ਜਾਣ ਬੁੱਝ ਕੇ ਕਰ ਲਿਆ, ਜਾਣ ਬੁੱਝ ਕੇ ਕੀ ਗੱਲ, ਆਪਣੇ ਧਰਮ ਨੂੰ ਅਸੀਂ ਬੜਾ ਕਰਨਾ ਸੀ। ਮੂਰਖ ਕਦੇ ਕਿਸੇ ਚੀਜ਼ ਨੂੰ ਬੜਾ ਨਹੀਂ ਕਰ ਸਕਦੇ, ਬੜਾ ਕਰਦੇ ਕਰਦੇ ਛੋਟਾ ਕਰ ਲੈਂਦੇ ਨੇ। ਕੋਈ ਉਹ ਗੱਲ ਸੁਣਾਉਂਦੇ ਹੁੰਦੇ ਨੇ ਬੁੜੀ ਦੀ, ਕਹਿੰਦੇ ਇੱਕ ਬਾਜ, ਛੋਟਾ ਬੱਚਾ, ਹਨੇਰੀ ਚੱਲੀ, ਹਵਾ ਆਈ, ਮੀਂਹ ਪਿਆ, ਛੋਟੇ ਛੋਟੇ ਗੋਲੇ ਵੀ ਵੱਜੇ। ਉਹ ਬਾਜ ਦਾ ਬੱਚਾ ਤਾਂ ਉੜਨ ਵਾਲਾ ਸ਼ਿਕਾਰੀ ਵੀ ਸੀ, ਪਰ ਉਹ ਜੋ ਛੋਟਾ ਸੀ ਉਹ ਚੱਲ ਨਾ ਸਕਿਆ। ਉਹ ਝਾਂਜੇ ਨੂੰ, ਕੋਲਿਆਂ ਨੂੰ, ਉਹ ਡਿੱਗਿਆ ਪਿਆ ਬਾਹਰ। ਜਵਾਕ ਚੱਕ ਲਿਆਏ ਤਰਸ ਕਰਕੇ ਵੀ ਇਹਨੂੰ ਬਚਾਵਾਂਗੇ, ਵੀ ਤਾਂ ਪਿਆ ਰਾਹ ਦੇ ਵਿੱਚ ਕੋਈ ਕੁੱਤੇ ਦੀ ਲੰਘ ਜੂਗਾ। ਕਰ ਲਿਆ, ਕਰ ਲਿਆ ਕੇ ਬੁੜੀ ਨੇ ਉਹਨੂੰ ਧੁੱਪੇ ਰੱਖਿਆ। ਪਹਿਲਾਂ ਤਾਂ ਠੰਡ ਸੀ, ਧੁੱਪੇ ਰੱਖਿਆ, ਧੁੱਪੇ ਰੱਖਿਆ ਉਹਨੂੰ। ਜੋ ਆਈ ਫਿਰ ਉਹ ਜ਼ਿਆਦਾ ਧੁੱਪ ਲੱਗੀ ਤਾਂ ਉਹਨੇ ਮਤਲਬ ਉਹਨੂੰ ਗਰਮੀ ਲੱਗਣ ਲੱਗੀ, ਛੇਤੀ ਗਰਮੀ ਤਾਂ ਲੱਗਣੀ ਸੀ। ਤੇ ਉਹਨੇ ਦੇਖਿਆ ਵੀ ਉਹ ਇਹਨੂੰ ਕੀ ਤਕਲੀਫ ਹੈ। ਕਹਿੰਦੇ ਇਹਦੀ ਆ ਜਿਹੜੀ ਚੁੰਝ ਮੁੜੀ ਹੋਈ ਹੈ, ਇਹੀ ਬਿਮਾਰੀ ਹੈ, ਉਹ ਇਹ ਖਾ ਨਹੀਂ ਸਕਦਾ ਵਿਚਾਰਾ। ਚੁੰਝ ਖਰਾਬ ਹੋਰ ਲੈ ਕੇ ਕੈਂਚੀ ਚੁੰਝ ਕੱਟਤੀ ਮੁੱਦ। ਵੀ ਇਹਦਾ ਮੂੰਹ ਤਾਂ ਬੰਦ ਆ ਵਿਚਾਰੇ ਦਾ, ਖਾਊ ਕਿਵੇਂ? ਉਹਨੇ ਉਹਦੀ ਜਿਹੜੀ ਬਿੰਗੀ ਚੁੰਝ ਸੀ ਉਹ ਕੱਢ ਦਿੱਤੀ। ਫਿਰ ਉਹ ਹੌਂਕਦਾ ਤੌਸਦਾ, ਉਹ ਕਹਿੰਦੀ ਉਹ ਇਹਨੂੰ ਗਰਮੀ ਲੱਗਦੀ, ਉਹਨੇ ਖੰਭ ਪੱਟ ਦਿੱਤੇ ਸਾਰੇ। ਉਹ ਬਾਜ ਦੀ ਰਕਸ਼ਾ ਕਰ ਰਹੀ ਹੈ, ਅੰਦਰੋਂ ਨਹੀਂ ਕਰ ਰਹੀ, ਇਮਾਨਦਾਰੀ ਨਾਲ ਕਰ ਰਹੀ ਹੈ। ਆਹ ਕੰਮ ਅਸੀਂ ਕੀਤਾ ਗੁਰਬਾਣੀ। ਉਹਦੇ ਉੜਨ ਵਾਲੇ ਖੰਭ ਤੇ ਉਹ ਵੀ ਪੱਟਦੇ ਅਸੀਂ। ਉੜਨਾ ਤਾਂ ਸੱਚ ਦੀ ਸ਼ਕਤੀ ਨਾਲ ਸੀ, ਮਾਇਆ ਤੋਂ ਉੱਤੇ ਉੱਠਣਾ ਸੀ ਸੱਚ ਦੀ ਸ਼ਕਤੀ ਨਾਲ, ਤਾਂ ਖੰਭੇ ਕੱਟਦੇ ਅਸੀਂ।
ਸੱਚਖੰਡ ਵਾਲੀ ਚੁੰਝ ਕੱਢਤੀ। ਜਿਹੜਾ ਵਿੱਚੋਂ ਲੱਭਣਾ ਸੀ ਨਾ ਥੱਲਿਓ ਫੋਲ ਕੇ ਇਹਨੂੰ ਚੱਕ ਕੇ ਸਿਮਰਤ ਸ਼ਾਸਤਰ ਵਾਲੇ ਅਰਥ ਜਿਹੜੇ ਉੱਥੇ ਤੇ ਲਫ਼ਜ਼ਾਂ ਦੇ ਇੱਥੇ ਲਾਤੇ। ਉਹ ਅਰਥ ਤਾਂ ਬਦਲੇ ਹੋਏ ਸੀ ਇੱਥੇ। ਐਡੀ ਸਿਆਣਪ ਕੀਤੀ, ਪਰ ਸਾਰਾ ਹੀ ਉਹ ਜਿਵੇਂ ਖੋਤਾ ਸਿੱਟਿਆ ਤੇ ਨਾ ਨਦੀ 'ਚ, ਉਹ ਕੰਮ ਕਰਦਾ। ਤੇ ਹੁਣ ਜੇ ਕੋਈ ਕਹੇ, ਹੁਣ ਗੁੱਸਾ ਲੱਗਦਾ। ਗੜ ਤੋਂ ਥੱਲੇ ਉਤਰ ਗਈ ਨਾ ਗੱਲ। ਉਹ ਕਿਸੇ ਧਰਮ ਦੇ ਵਿੱਚ ਕੋਈ ਗਲਤ ਪਰੰਪਰਾ ਚਲਾਉਣੀ ਬੜੀ ਸੌਖੀ ਹੈ। ਕੋਈ ਗਲਤ ਧਾਰਨਾ ਕਾਇਮ ਕਰ ਦੇਣੀ ਤਾਂ ਬੜੀ ਆਸਾਨ ਹੈ। ਇਹ ਗੱਲ ਦਾ ਉਹਨਾਂ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਦੇ ਬੜੇ ਵਡੇਰੇ ਇਹ ਕੰਮ ਕਰਦੇ ਆਏ ਨੇ। ਉਹ ਬੜੇ ਐਕਸਪਰਟ ਨੇ। ਸਾਡੇ ਕੋਲ ਜਿਹਨਾਂ ਕੋਲ ਧਰਮ ਹੈ ਹੁਣ ਨਵਾਂ, ਇਹ ਤਾਂ ਸਿਰਫ 300-400 ਸਾਲ ਤੇ ਅਸੀਂ ਤਾਂ ਧਾਰਮਿਕ ਬੰਦੇ ਹੀ ਨਹੀਂ। ਇਹਨਾਂ ਦੇ ਛਤਰੀ ਨੇ ਅਬੈਸ ਨੇ ਨਾ। ਛਤਰੀ ਧਰਮ ਦਾ ਲੜ ਜਾਣਦਾ, ਬਹਿ ਸੇਵਾ ਕਰਨ ਜਾਣਦੇ ਨੇ। ਧਰਮ ਦਾ ਐਕਸਪਰਟ ਬ੍ਰਾਹਮਣ ਸੀ, ਉਹਨੇ ਸ਼ਰਾਰਤ ਕਰਤੀ। ਸਾਨੂੰ ਧਰਮ ਦੀ ਸਮਝੇ ਕੋਈ ਨਹੀਂ। ਸਾਨੂੰ ਨਹੀਂ ਕੋਈ ਸਮਝ ਹੈ। ਉਹ ਐਕਸਪਰਟ ਨੇ, ਉਹਨਾਂ ਨੇ ਵਿਗਾੜੇ ਨੇ ਧਰਮ ਹੁਣ ਤੱਕ ਅਸਲੀ। ਕਿਉਂ ਧਰਮ ਉਹਨਾਂ ਨੇ ਆਪਣਾ ਧੰਦਾ ਬਣਾਇਆ ਸੀ। ਧਰਮ ਧੰਦਾ ਵਿਗਾੜੇ ਤੋਂ ਬਿਨਾਂ ਨਹੀਂ ਬਣਦਾ। ਧੰਦਾ ਹੀ ਸਾਡਾ ਬਣਾ ਕੇ ਰੱਖਤਾ ਉਹਨਾਂ ਨੇ। ਜਦ ਧਰਮ ਧੰਦਾ ਬਣ ਜਾਏ ਨਹੀਂ ਹੋ ਲੈ ਜਾਂਦਾ। ਉਹਨਾਂ ਵੱਲੋਂ ਉਂਗਲੀ ਉੱਠਦੀ ਸੀ ਧੰਦੇ ਦੀ, ਉਹਨੇ ਸਾਡੇ ਵਾਲਾ ਧੰਦਾ ਬਣਾਤਾ। ਨਾ ਇਹ ਕਹਿ ਸਕਣ ਹੁਣ ਕਿਵੇਂ ਕਹਿਣਾ। ਉਹਨਾਂ ਨੇ ਗੁਰੂ ਵਿਅਕਤੀ ਨੂੰ ਬਣਾਇਆ ਹੋਇਆ ਸੀ। ਮੂਰਤੀ ਪੂਜਾ ਸੀ, ਅਸੀਂ ਗੁਰੂ ਬਣਾ ਦਿੱਤੇ ਵਿਅਕਤੀ। ਉਹਨਾਂ ਨੇ ਮੂਰਤੀ ਪੂਜਾ ਕਰਦੇ ਤੇ ਉਹ ਜਿਹਾ ਕੁਛ ਅਸੀਂ ਕਰਨ ਲੱਗੇ। ਉਹਨਾਂ ਦੇ ਮੰਦਿਰ ਸੀਗੇ, ਅਸੀਂ ਗੁਰਦੁਆਰੇ ਬਣਾ ਲਏ। ਸਭ ਕੁਛ ਉਹੀ ਹੈ। ਜਿਹੜੀਆਂ ਗੱਲਾਂ ਦੇ ਖਿਲਾਫ ਸੀ ਨਾ ਗੁਰਬਾਣੀ, ਉਹ ਅਸੀਂ ਚਾਲੂ ਕਰਤੀ। ਬਾਣੀ ਕਿਸ ਵੇਲੇ ਪੜ੍ਹੀਏ, ਕਿਸ ਵੇਲੇ ਵਿਚਾਰੀਏ, ਇਹਦੇ ਤੇ ਸਾਡੀ ਟਿੱਪਣੀ ਹੈ। ਪਰ ਅਸੀਂ ਫੇਰ ਵੇਲੇ ਰਹਿਤ ਮਰਿਆਦਾ ਬਣਾ ਲਈ। ਪੜ੍ਹਨ ਤੱਕ ਸੀਮਿਤ ਕਰ ਲਿਆ ਸੀ। ਪੜ੍ਹਨ ਨੂੰ, ਮਹਿਜ਼ ਪੜ੍ਹਨ ਨੂੰ ਗੁਰਬਾਣੀ ਖੰਡਨ ਕਰਦੀ ਹੈ। ਵੇਦ ਪੜ੍ਹੇ ਪੜ੍ਹ ਪੰਡਤ ਮੂਏ। ਰੂਪ ਦੇਖ ਦੇਖ ਨਾਰੀ। ਰੂਪ ਦੀ ਜਿਹੜੀ ਪੂਜਾ ਹੈ ਉਹ ਆਦਮੀ ਦਾ ਧਰਮ ਹੀ ਨਹੀਂ ਹੈ, ਔਰਤ ਦਾ ਧਰਮ। ਰੂਪ ਦੀ ਪੂਜਾ ਸਾਡੇ ਹੈ। ਜੇ ਰੂਪ ਦੀ ਪੂਜਾ ਨਾ ਹੁੰਦੀ ਤਾਂ ਉੱਥੇ ਵਧੀਆ ਰਮਾਲਿਆਂ ਦੀ ਕੋਈ ਲੋੜ ਨਹੀਂ ਸੀ। ਗੁਰਦੁਆਰੇ ਦੇ ਸੋਨੇ ਦੀ ਕੋਈ ਲੋੜ ਨਹੀਂ ਸੀ। ਵਧੀਆ ਪੱਥਰਾਂ ਦੀ ਕੋਈ ਲੋੜ ਨਹੀਂ ਸੀ। ਵਧੀਆ ਪ੍ਰਚਾਰ ਦੀ ਲੋੜ ਸੀ। ਵਧੀਆ ਗਿਆਨ ਦੀ ਲੋੜ ਸੀ। ਉਹ ਛੱਡ ਦਿੱਤਾ। ਵਧੀਆ ਵਧੀਆ ਹੋਰ ਚੀਜ਼ਾਂ ਬਹੁਤ ਨੇ। ਸਜਾਵਟਾਂ ਕਰ ਲਈਆਂ, ਮਿਊਜ਼ੀਅਮ ਬਣਾ ਲਿਆ। ਕਿ ਸੰਗਤ ਆਉਣੀ ਚਾਹੀਦੀ ਹੈ ਵੱਧ ਤੋਂ ਵੱਧ, ਗੋਲਕ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ। ਗਿਆਨ ਦੀ ਨਾ ਲੋਕਾਂ ਨੂੰ ਲੋੜ ਹੈ, ਨਾ ਉਹਨੂੰ ਲੋੜ ਹੈ। ਆਮ ਪਬਲਿਕ ਨੂੰ ਤਾਂ ਲੋੜ ਨਹੀਂ ਇਹਦੀ। ਜਿਸ ਚੀਜ਼ ਦੀ ਪਬਲਿਕ ਨੂੰ ਲੋੜ ਹੈ ਉਹ ਦੇ ਰਹੇ ਨੇ, ਚਾਹੇ ਪਬਲਿਕ ਡੁੱਬ ਜਵੇ, ਪਈ ਡੁੱਬ ਜਵੇ। ਗੁਰਬਾਣੀ ਨੇ ਪਬਲਿਕ ਨੂੰ ਨਹੀਂ ਦੇਖਿਆ, ਪਬਲਿਕ ਕੀ ਮੰਗਦੀ ਹੈ। ਗੁਰੂ ਨੇ ਤਾਂ ਉਹ ਗੱਲ ਦਿੱਤੀ ਹੈ, ਭਵ ਸਾਗਰ ਡੁੱਬਦੇ ਨੇ, ਪਾਰ ਜਿਹਨੇ ਹੋਣਾ ਉਹ ਐ ਹੋ ਸਕਦਾ ਬਸ। ਜਿਹਨੇ ਨਹੀਂ ਪਾਰ ਹੋਣਾ ਉਹ ਡੁੱਬਦਾ ਰਹੋ, ਕੋਈ ਗੱਲ ਨਹੀਂ, ਕੋਈ ਇਤਰਾਜ਼ ਨਹੀਂ। ਬਥੇਰਾ ਕੁ ਬਣਾਇਆ ਹੋਇਆ, ਜੋ ਕੁਛ ਪਾਇਆ ਸੋ ਇੱਕ ਵਾਰ। ਜਿਹੜਾ ਨਹੀਂ ਚਾਹੁੰਦਾ ਰਹਿਣਾ, ਜਾਣਾ ਸੱਚਖੰਡ, ਇੱਥੇ ਰਹੇ, ਬੜੀ ਖੁਸ਼ੀ ਨਾਲ ਰਹੇ, ਕੋਈ ਇਤਰਾਜ਼ ਨਹੀਂ ਕਿਸੇ ਨੂੰ, ਕੋਈ ਮਜਬੂਰ ਨਹੀਂ ਕਰ ਰਿਹਾ। ਚੰਦ ਸੂਰਜ ਬਣਾ ਕੇ ਦਿੱਤੇ ਨੇ ਸਾਰੇ। ਖੇਤੀ ਜ਼ਮੀਨ ਬਥੇਰੀ ਬਣਾ ਕੇ ਦਿੱਤੇ। ਪਾਣੀ ਵਾਧੂ ਪਿਆ, ਸਮੁੰਦਰ ਭਰਿਆ ਪਿਆ, ਹਵਾ ਵਾਧੂ ਹੈ, ਕੋਈ ਪੈਸਾ ਨਹੀਂ ਲੱਗਦਾ। ਰਹੋ ਇੱਥੇ, ਕਰੋ, ਖਾਓ, ਮੌਜ ਕਰੋ, ਲੜੋ ਪੜੋ,
ਕੋਈ ਕਿਸੇ ਨੂੰ ਮਾਰੇ, ਕੋਈ ਕਿਸੇ ਨੂੰ ਮਾਰੇ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਏ। ਪਰ ਲੜਾਕਿਆਂ ਨੂੰ ਇਹੋ ਜਿਹੇ ਝਗੜਾਲੂਆਂ ਨੂੰ ਸੱਚਖੰਡ 'ਚ ਕੋਈ ਜਗ੍ਹਾ ਨਹੀਂ। ਇੱਥੇ ਜਗ੍ਹਾ, ਆਪਣੇ ਫੈਸਲੇ ਇੱਥੇ ਕਰਦੇ ਰਹੋ ਤੁਸੀਂ। ਜਿਹੜਾ ਇੱਥੋਂ ਦੁਖੀ ਹੈ, ਜੇ ਉਹ ਜਾਣਾ ਚਾਹੁੰਦਾ ਉਹਦੇ ਵਾਸਤੇ ਆ। ਆਮ ਪਬਲਿਕ ਵਾਸਤੇ ਤਾਂ ਬਾਣੀ ਹੈ ਹੋਈ ਨਹੀਂ। ਇਹ ਤਾਂ ਬਿਰਲੇ ਵਾਸਤੇ ਹੈ। ਬਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ। ਇਹ ਤਾਂ ਉਹਨਾਂ ਬਿਰਲਿਆਂ ਵਾਸਤੇ ਸੀ। ਅਸੀਂ ਸਭ ਵਾਸਤੇ ਬਣਾ ਲਈ। ਔਰ ਜਿਨ੍ਹਾਂ ਨੇ ਸਭ ਵਾਸਤੇ ਕਹਿੰਦੇ ਨੇ, ਆਪ ਇਹਨੂੰ ਮੰਨ ਨਹੀਂ ਰਹੇ। ਆਪ ਨਹੀਂ ਮੰਨ ਰਹੇ, ਆਪ ਨੇੜੇ ਵੀ ਨਹੀਂ ਜਾਂਦੇ। ਸਭ ਵਾਸਤੇ ਕਿਉਂ ਕਹਿੰਦੇ ਨੇ? ਵੱਡਾ ਦਾਇਰਾ ਬਣਾ ਕੇ ਵੱਡੀ ਮਾਇਆ ਹੋਊਗੀ, ਜ਼ਿਆਦਾ ਮਾਇਆ ਹੋਊਗੀ, ਵੱਡੇ ਏਰੀਏ ਸਾਡਾ ਰਾਜ ਹੋਊਗਾ, ਵੋਟਾਂ ਜ਼ਿਆਦਾ ਹੋਣਗੀਆਂ। ਬਸ ਆਏ, ਹੋਰ ਕੁਛ ਨਹੀਂ ਹੈਗਾ ਇਹਦੇ ਪਿੱਛੇ। ਬਾਣੀ ਦਾ ਖੁਦ ਵੀ ਨਹੀਂ ਮੰਨਦੇ ਉਹ, ਨਾ ਉਹਨਾਂ ਨੂੰ ਮੰਨਣ ਦੀ ਲੋੜ ਹੈ। ਇਹ ਸੱਚ ਹੈ, ਇਹ ਬਿਲਕੁਲ ਹਕੀਕਤ ਹੈ। ਇਹ ਹੋ ਰਿਹਾ। ਘਟ ਪਰਚੇ ਜੋ ਉਪਜੇ ਭਾਓ। ਘਟ ਪਰਚੇ, ਜੇ ਘਟ ਘਟ ਹਿਰਦੇ ਵਿੱਚ ਟਕਿਆ ਵਿਚਾਰਦਾ ਰਹੇ ਬਾਣੀ ਨੂੰ। ਹਿਰਦੇ 'ਚ ਜੀ ਕਦ ਲੱਗਦਾ? ਜੀ ਲੱਗਦਾ ਨਹੀਂ ਹਿਰਦੇ 'ਚ। ਜਦੋਂ ਬਾਣੀ ਸਮਝ ਆਉਣ ਲੱਗ ਜਾਂਦੀ ਹੈ ਤਾਂ ਹਿਰਦੇ ਜੀ ਲੱਗਦਾ, ਟਿਕਦਾ ਨਹੀਂ, ਟਿਕਦਾ ਹੀ ਨਹੀਂ। ਜਦੋਂ ਬਾਣੀ ਦੀ ਸਮਝ ਆਉਣ ਲੱਗਦੀ ਹੈ, ਵਿਚਾਰਦਾ, ਸਮਝ ਆਉਣ ਲੱਗ ਜਾਂਦੀ ਹੈ ਆਪੇ, ਖੋਜ ਨਾਲ ਉਤੋਂ ਰਸ ਆਉਂਦਾ। ਉਹ ਸਮਝ ਰਸੇ ਹੈ। ਖੋਜੀ ਦਾ ਜੀ ਕਿਵੇਂ ਲੱਗਦਾ? ਇਹ ਖੋਜ ਦਾ ਵਿਸ਼ਾ, ਬਾਣੀ ਪੜ੍ਹਨ ਦਾ ਵਿਸ਼ਾ ਨਹੀਂ ਹੈ। ਪੜ੍ਹਨ ਦਾ ਵਿਸ਼ਾ ਬਾਣੀ ਨਹੀਂ ਹੈ। ਪੜ੍ਹ ਗੱਡੀ ਲੈਂਦੀ ਹੈ ਲਿਖਿਆ ਹੋਇਆ। ਅਸੀਂ ਇਹਨੂੰ ਪੜ੍ਹਨ ਦਾ ਵਿਸ਼ਾ ਜਿਹੜਾ ਬਣਾ ਲਿਆ, ਇਹ ਅਸੀਂ ਦਗਾ ਕੀਤਾ। ਦਗਾ, ਬੜਾ ਭਾਰੀ ਦਗਾ ਸੰਗਤ ਨਾਲ ਕੀਤਾ। ਪੜ੍ਹਨਾ ਭਾਵੇਂ ਚੰਗਾ ਹੈ, ਮਾੜਾ ਨਹੀਂ, ਪਰ ਮਹਿਜ਼ ਪੜ੍ਹਨਾ ਨਹੀਂ, ਖੋਜ ਦਾ ਵਿਸ਼ਾ। ਪੜ੍ਹੇ ਬਿਨਾਂ ਖੋਜ ਵੀ ਨਹੀਂ ਹੋਣੀ। ਖੋਜ ਕਿਵੇਂ ਹੋਊ? ਪੜ੍ਹੇ ਤੇ ਹੀ ਹੋਊ। ਪੜ੍ਹਨਾ ਇਸ ਕਰਕੇ ਹੈ ਕਿ ਖੋਜ ਕਰਨੀ ਹੈ। ਇਹਨੇ ਧਿਆਨ ਨਾਲ ਪੜ੍ਹਨਾ। ਹੁਣ ਜਨਕ ਰਾਜਾ ਫਰਜ਼ ਕੀਤਾ। ਜਨਕ ਰਾਜਾ, ਗੁਰੂ ਨਾਨਕ ਨੂੰ ਵੀ ਜਨਕ ਕਹਿੰਦੇ ਨੇ, ਉਹ ਭੱਟ। ਗੁਰੂ ਅੰਗਦ ਨੂੰ ਵੀ ਜਨਕ ਕਹਿੰਦੇ ਨੇ, ਗੁਰੂ ਅਮਰਦਾਸ ਨੂੰ ਵੀ ਜਨਕ ਕਹਿੰਦੇ ਨੇ। ਕੋਈ ਜਨਕ ਤਾਂ ਇੱਕ ਹੋਇਆ, ਤਿੰਨ ਜਨਕ ਕਿਵੇਂ ਬਣਾ ਦਿੱਤੇ ਉਹਨਾਂ ਨੇ? ਸਾਖੀ ਵਿੱਚ ਸਾਡੇ ਕੋਲ ਇੱਕ ਰਾਜਾ ਜਨਕ ਹੈ। ਫਿਰ ਦੋ ਕਹਿੰਦੇ ਨੇ ਇਹ ਜਨਕ ਹੈ। ਇੱਕ ਸੀਤਾ ਦਾ ਪਿਓ ਜਿਹੜਾ ਜਨਕ ਹੈ, ਉਹਦਾ ਬ੍ਰਹਮ ਗਿਆਨੀ ਹੈ ਉਹ ਨਹੀਂ, ਉਹ ਤਾਂ ਹੈ ਨਹੀਂ। ਰਾਮਚੰਦਰ ਦਾ ਉਦੋਂ ਘਟੀਆ ਫਿਰ ਮੰਨਿਆ ਹੈ। रामचंद्र की गुरबाणी निंदा कर दी है। पांडे तुम्हारा रामचंद्र वो भी आवत देखा था, रावण से थी सरवर की तो घर की जो है गवाही थी, वो दला तो कच्चे गुरबाणी ने। फिर जनक का जे जनक उही है जोड़ा जन गुरबाणी वाला है वह सहरा, फिर जनक की होनी चाहिए सी पूजा, राम की कदे हो रही है। जनक सुपीरियर होया फिर चीर फाड़ करो जे ग्रंथां ना करना है, ज्ञान नाल करो, फिर ओदी होनी चाहिए सी। 3 बार जनक जद वरत्या पंचम पातशाह ने कहा गल तां थोड़ी ठीक है, पर जनक किहनूं तुसीं कहदे हो इहदी डेफिनेशन कर दो, जनक नूं डिफाइन कर दो। सभईआं दे विच उन्होंने जनक नूं दस्सिया भी जनक हुंदा कौन है। जनक सोई जिन जाणिया उन मन रस धरिया, जिन्हें आत्म ज्ञानी है वह जनक है। बस गल खत्म हुई। हुण जदों जनक राजा आउंदा है साडे सारे साखी जनक वाली घड़ दिंदे, साहब सुन भी घड़ीए उही साखी, सारे प्रचारक भी घड़ते हैं। वो सुते पे थे, आ डेफिनेशन क्यों नहीं पढ़ी उन्होंने। जनक जनक बैठे सिंहासन
ਦੋ ਜਨਕ ਹੋ ਗਏ ਹੁਣ, ਦੋ ਤੇ ਵੀ ਸਾਰੇ ਹੋ ਗਏ ਜਨਕ। ਜਿੰਨੇ ਜਨਕ ਨੇ ਸਾਰੇ ਸਿੰਘਾਸਣ ਤੇ ਬੈਠੇ ਨੇ, ਸੱਚਖੰਡ ਵਾਲੇ ਸਾਰੇ ਜਨਕ ਨੇ। ਜਨਕ ਹੁੰਦਾ ਕੌਣ ਹੈ? ਜਨ ਤੇ ਹੀ ਜਨਕ ਬਣਦਾ। ਆਪਣੇ ਆਪ ਨੂੰ ਜਨ ਕਹਿੰਦਾ ਉਹ। ਕਬੀਰ ਆਪਣੇ ਆਪ ਨੂੰ ਦਾਸ ਕਹਿੰਦਾ, ਜਿਵੇਂ ਲੋਕ ਉਹਨੂੰ ਭਗਤ ਕਹਿੰਦੇ ਨੇ। ਨਾਨਕ ਆਪਣੇ ਆਪ ਨੂੰ ਦਾਸ ਕਹਿੰਦਾ, ਭੱਟ ਉਹਨੂੰ ਭਗਤ ਕਹਿੰਦੇ ਨੇ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਆਪਣੇ ਆਪ ਨੂੰ ਕੋਈ ਵਡਿਆਈ ਵਾਲਾ ਲਕਬ ਦੁਨੀਆ ਕਹਿੰਦੀ ਹੁੰਦੀ, ਜਿਹੜਾ ਉਹਦੇ ਨਾਲ ਵਡਿਆਈ ਵਾਲਾ ਲੱਗਿਆ ਹੈ ਨਾ ਕੋਈ ਨੋ, ਉਹ ਦੂਜਾ ਲਵੇ ਤਾਂ ਚੰਗਾ। ਰਾਜਾ ਆਪਣੇ ਆਪ ਨੂੰ ਰਾਜਾ ਨਹੀਂ ਕਹਿੰਦਾ, ਦੂਜੇ ਕਹਿੰਦੇ ਨੇ ਰਾਜਾ ਨੂੰ, ਤਾਂ ਹੀ ਫਾਇਦਾ ਨਾ ਜੇ ਦੂਜਾ ਕਹੇ। ਇਸ ਕਰਕੇ ਦੂਜੇ ਜਦ ਕਹਿੰਦੇ ਨੇ ਉਹਨੂੰ ਜਨਕ ਕਹਿਣਗੇ, ਆਪਣੇ ਆਪ ਨੂੰ ਉਹ ਜਨ ਕਹੂਗਾ। ਜਨ, ਮੈਂ ਜਨ ਤੇਰਾ, ਮੋਏ ਨਾ ਬਸਾਰੋ ਮੈਂ ਜਨ ਤੇਰਾ। ਇਹ ਜਨ ਤੋਂ ਹੀ ਉਹ ਜਨਕ ਬਣੇ। ਜਿਹਨੇ ਜਾਣ ਲਿਆ ਜਨਕ ਸੋਈ ਜਨ ਜਾਣਿਆ। ਜਿਹਨੇ ਜਾਣ ਲਿਆ, ਸਾਡੇ ਵਾਸਤੇ ਉਹ ਜਨਕ ਹੈ। ਆਪ ਉਹ ਆਪਣੇ ਆਪ ਨੂੰ ਕਹਿੰਦਾ ਜਨ। ਪੂਰ ਰਹਾ ਤਹ ਤ੍ਰਿਭਵਨ ਰਾਉ, ਘਟ ਪਰਚੇ ਜੋ ਉਪਜੇ ਭਾਉ। ਪੂਰ ਰਹਾ ਤਹ ਤ੍ਰਿਭਵਨ ਰਾਉ। ਘਟ ਆਪਕੇ ਘਟ ਪਰਚੇ ਤੇ ਜਿਹੜਾ ਭਾਵ ਉਪਜਦਾ ਹੈ, ਭਾਵਨਾ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ। ਭਾਵ ਦਾ ਮਤਲਬ ਹੈ ਭੁੱਖ। ਘਟ ਪਰਚੇ ਤੋਂ ਇੱਕ ਭੁੱਖ ਪੈਦਾ ਹੁੰਦੀ ਹੈ। ਘਟ ਪਰਚਾ ਕਦ ਹੁੰਦਾ ਹੈ? ਜਦੋਂ ਕਲਪਨਾ ਮਾਇਆ ਦੀ ਨਹੀਂ ਰਹਿੰਦੀ, ਮਾਇਆ 'ਚ ਸੁਰਤੀ ਜਾਂਦੀ ਹੋ ਨਹੀਂ ਨਾ, ਤਾਂ ਘਟ ਪਰਚਾ ਹੁੰਦਾ। ਮਾਇਆ 'ਚ ਸੁਰਤ ਬਾਹਰ ਨਹੀਂ ਜਾਂਦੀ ਤਾਂ ਬਾਹਰ ਦੀ ਭੁੱਖ ਪੈਦਾ ਨਹੀਂ ਹੁੰਦੀ। ਨਾਮ ਮਾਇਆ ਦੀ ਭੁੱਖ ਨਹੀਂ ਪੈਦਾ ਹੁੰਦੀ, ਕਲਪਨਾ ਨਹੀਂ ਪੈਦਾ ਹੁੰਦੀ। ਪੂਰ ਰਹਾ ਤਹ ਤ੍ਰਿਭਵਨ ਰਾਉ। ਬਸ ਇਹ ਸਮਝੋ, ਉੱਥੇ ਜਿਹੜਾ ਸ਼ਬਦ ਗੁਰੂ ਹੈ ਨਾ, ਤਿੰਨਾਂ ਭਵਨਾਂ ਦਾ ਜਿਹੜਾ ਰਾਉ ਹੈ, ਉਹ ਉੱਥੇ ਪੂਰ ਰਿਹਾ, ਉਹਨੂੰ ਪੂਰਾ ਕਰ ਰਿਹਾ, ਉਹਦੀ ਡਿਵੈਲਪਮੈਂਟ ਕਰ ਰਿਹਾ। ਉਹ ਸ਼ਬਦ ਜੁੜ ਰਿਹਾ, ਉਹਨੂੰ ਸਮਝੋ ਹੋਰ ਗਿਆਨਵਾਨ ਗਿਆਨਵਾਨ ਗਿਆਨਵਾਨ। ਇੰਨੀ ਜਿਹੜੀ ਗੁਰਬਾਣੀ ਦੀ ਕਹਿਣ ਦਾ ਮਤਲਬ ਸਮਝ ਆਉਂਦੀ ਹੈ, ਆਪਣੀ ਬੁੱਧੀ ਨਾਲ ਨਹੀਂ ਆਉਂਦੀ। ਤੇਰੇ ਭਵਨ ਰਾਉ ਦੇ ਨਾਲ ਖੜਾ ਪਿਛਲੇ ਪਾਸੇ, ਜਿੱਥੋਂ ਨਹੀਂ ਸਮਝ ਆਉਂਦੀ ਉਹ ਪੌੜੀ ਬਾਂਹ ਤੇ ਫੜ ਕੇ, ਜਿਵੇਂ ਨਿਆਣੇ ਨੂੰ ਚੜਾਉਂਦੇ ਹਨ, ਐਂ ਚੜਾਉਂਦਾ ਰਹਿੰਦਾ, ਸਹਾਰਾ ਦਿੰਦਾ ਰਹਿੰਦਾ। ਉੱਥੇ ਹੈ, ਉਹਨੂੰ ਕਹਿੰਦੇ ਨੇ ਕਿਰਪਾ। ਕਿਰਪਾ ਸਿੰਧ ਤੁਮਾਰੀ ਕਿਰਪਾ, ਦਸਮ ਪਾਤਸ਼ਾਹ ਕਹਿ ਰਹੇ ਨੇ। ਕਿਰਪਾ ਸਿੰਧ ਤੁਮਾਰੀ ਕਿਰਪਾ, ਜੋ ਕੁਛ ਮੋਪੇ ਹੋਏ ਰਚੋ ਚੰਡਕਾ ਕੀ ਕਥਾ। ਫਿਰ ਮੈਂ ਚੰਡਕਾ ਦੀ ਕਥਾ ਦੱਸ ਸਕਦਾ, ਵਰਨਾ ਮੇਰੀ ਬੁੱਧ ਨਹੀਂ ਹੈ। ਬਾਣੀ ਸ਼ੁਭ, ਬਾਣੀ ਲਿਖਿਆ ਇੱਥੇ ਲਫ਼ਜ਼, ਬਾਣੀ ਲਫ਼ਜ਼ ਵਰਤਿਆ ਹੋਇਆ। ਬਾਣੀ ਸ਼ੁਭ ਸਭ ਹੋਏ, ਸਾਰੀ ਬਾਣੀ ਸ਼ੁਭ ਹੋਵੇ। ਬਾਣੀ ਲਫ਼ਜ਼ ਵਰਤਿਆ ਹੋਇਆ ਉੱਥੇ। ਬਾਣੀ ਕੋਈ ਨਹੀਂ ਵਰਤ ਸਕਦਾ ਲਫ਼ਜ਼, ਕਵਿਤਾ ਵਰਤੂਗਾ ਜੇ ਕੋਈ ਹੋਰ ਹੁੰਦਾ। ਬਾਣੀ ਸ਼ੁਭ ਸਭ ਹੋਏ। ਜਦੋਂ ਗਾਹਾਂ ਤੋਂ ਗਾਹਾਂ ਸਮਝ ਆਉਂਦੀ ਹੈ, ਨਵੀਂ ਸਮਝ ਉਹਦੀ ਕਿਰਪਾ ਬਿਨਾਂ ਨਹੀਂ ਆ ਸਕਦੀ। ਉਹ ਹਾਜ਼ਰ ਹੈ ਤੁਹਾਡੇ ਨਾਲ ਹਰ ਵਕਤ। ਜਿਹੜਾ ਕੋਸ਼ਿਸ਼ ਕਰਦਾ ਹੈ ਗਾਹਾਂ ਚੜ੍ਹਨ ਦੀ, ਉਹ ਘਾਟੀ ਤੇ ਚੜਾਉਣ ਵਾਲਾ ਉਹਦਾ ਸਹਾਰਾ ਬਣਦਾ ਹੈ। ਪੂਰ ਰਿਹਾ ਤ੍ਰਿਭਵਨ ਰਾਉ, ਉਹਨੂੰ ਪੂਰ ਰਿਹਾ, ਉਹਦਾ ਗਿਆਨ ਪੂਰਾ ਉਹ ਨਾਲ ਕਰ ਰਿਹਾ, ਨਾਲ ਜਦ ਕਰ ਰਿਹਾ, ਜਦ ਇਹ ਆਪ ਚੜ੍ਹਨਾ ਚਾਹੁੰਦਾ ਹੈ। ਇਹ ਪੂਰਾ ਜ਼ੋਰ ਇਹ ਲਾਉਂਦਾ, ਇਹਦੇ ਜ਼ੋਰ ਤੋਂ ਵੱਧ ਜਿਹੜਾ ਫਿਰ ਨਹੀਂ ਸਮਝ ਆਉਂਦੀ, ਫਿਰ ਉਹ ਸਹਾਰਾ ਦੇ ਦਿੰਦਾ, ਓਨਾ ਹੀ ਸਹਾਰਾ ਦਿੰਦਾ। ਨਹੀਂ ਤਾਂ ਇਹ ਸਵਾਲ ਪੈਦਾ ਹੁੰਦਾ ਵੀ ਫਿਰ ਜਦ ਮਨ ਬੁੱਧੀ ਤੋਂ ਪਰੇ ਹੈ, ਫਿਰ ਸਮਝ ਆ ਕਿਵੇਂ ਜਾਂਦਾ। ਉਸ ਗੱਲ ਦਾ ਭੇਦ ਖੋਲ੍ਹਿਆ ਫਕੀਰ ਨੇ ਵੀ ਜਦੋਂ ਮੈਂ ਸਮਝਦਾ ਸੀ ਉੱਥੇ ਆਹ ਘਟਨਾ ਮੇਰੇ ਨਾਲ ਵਰਤਦੀ ਰਹੀ ਹੈ, ਤਾਂ ਸਮਝ ਆਈ ਹੈ। ਵਰਨਾ ਉਹ ਵੀ ਸੀਗੇ, ਪਹਿਲੇ ਵੀ ਸੀ, ਜਿਹੜੇ ਇਹਨੂੰ ਲੈ ਕੇ ਗਏ ਨੇ ਵੀ ਆ ਜਾ ਇੱਥੋਂ ਪੜ੍ਹ। ਉਹਨਾਂ ਨੇ ਇੰਨੀ ਸ਼ਿੱਦਤ ਨਾਲ
ਵਿਚਾਰਿਆ ਹੀ ਨਹੀਂ ਉਹਨੂੰ ਚੀਜ਼। ਗੁਰਬਾਣੀ ਨੂੰ ਉਨੀ ਸ਼ਿੱਦਤ ਨਾਲ ਅਸੀਂ ਵਿਚਾਰਿਆ ਹੀ ਨਹੀਂ। ਜੇ ਉਨੀ ਸ਼ਿੱਦਤ ਨਾਲ ਜਿਹੜਾ ਵਿਚਾਰੂ ਉਹਨੂੰ ਰਾਹ ਮਿਲ ਜੂ। ਸਭ ਕੁਝ ਭੁੱਲ ਕੇ ਤਿਆਗ ਕੇ ਵਿਚਾਰਨਾ ਪਊ ਇਹਨੂੰ। ਏਦਾਂ ਜਿਹੜਾ ਕਰੂ ਉਹਨੂੰ ਸਮਝ ਆ ਜੂ। ਦੂਜੇ ਦੋ ਵੇੜੀਆਂ ਤੇ ਪੈਰ ਰੱਖ ਕੇ ਨਹੀਂ ਸਮਝ ਆਉਂਦੀ, ਫਿਰ ਨਹੀਂ ਆਉਂਦੀ ਸਮਝ।